ਸਤਿ ਸ਼੍ਰੀ ਅਕਾਲ ਜੀ। ਸਵਾਗਤ ਹੈ ਤੁਹਾਡਾ ਫਲਸਫੇ ਜ਼ਿੰਦਗੀ ਦੇ ਚੈਨਲ ਤੇ। ਹਾਜ਼ਰ ਹਾਂ ਜੀ ਅੱਜ ਫਿਰ ਨਵੀਂ ਕਹਾਣੀ ਦੇ ਨਾਲ। ਮੇਰੀ ਪਤਨੀ ਮੇਰੇ ਸਹੁੰ ਜਾਣ ਤੋਂ ਬਾਅਦ ਮੇਰੇ ਭਰਾ ਦੇ ਕਮਰੇ ਵਿੱਚ ਚਲੀ ਜਾਂਦੀ। ਇਹ ਉਹਨਾਂ ਵਿਚਕਾਰ 2 ਮਹੀਨਿਆਂ ਤੋਂ ਚੱਲ ਰਿਹਾ ਸੀ, ਪਰ ਮੈਨੂੰ ਸਮਝ ਨਹੀਂ ਸੀ ਆ ਰਹੀ। ਪਤਾ ਨਹੀਂ ਇਹ ਕੀ ਹੋ ਰਿਹਾ ਹੈ। ਇੱਕ ਦਿਨ ਜਦੋਂ ਮੇਰੀ ਰਾਤ ਨੂੰ ਅੱਖ ਖੁੱਲੀ ਤਾਂ ਮੈਂ ਦੇਖਿਆ ਕਿ ਮੇਰੀ ਪਤਨੀ ਬੈੱਡ ਤੇ ਨਹੀਂ ਸੀ। ਜਦੋਂ ਮੈਂ ਬਾਹਰ ਦੇਖਿਆ ਤਾਂ ਮੇਰੇ ਛੋਟੇ ਭਰਾ ਦੇ ਕਮਰੇ ਵਿੱਚੋਂ ਆਵਾਜ਼ਾਂ ਆ ਰਹੀਆਂ ਸਨ। ਮੈਂ ਗੇਟ ਨਾਲ ਕੰਨ ਲਗਾ ਕੇ ਸੁਣਨ ਦੀ ਕੋਸ਼ਿਸ਼ ਕੀਤੀ। ਮੈਨੂੰ ਮੇਰੀ ਪਤਨੀ ਦੀ ਆਵਾਜ਼ ਸੁਣਾਈ ਦਿੱਤੀ। ਮੈਂ ਉਸ ਰਾਤ ਤਾਂ ਉਸ ਨੂੰ ਕੁਝ ਨਾ ਕਿਹਾ। ਅਗਲੀ ਰਾਤ ਫਿਰ ਮੈਂ ਉਸੇ ਤਰ੍ਹਾਂ ਹੀ ਸੌਣ ਦਾ ਨਾਟਕ ਕੀਤਾ। ਮੇਰੀ ਪਤਨੀ ਨੂੰ ਲੱਗਾ ਕਿ ਮੈਂ ਸੌਂ ਗਿਆ ਤੇ ਉਹ ਮੇਰੇ ਭਰਾ ਦੇ ਕਮਰੇ ਵਿੱਚ ਚਲੀ ਗਈ। ਉਸ ਰਾਤ ਮੈਂ ਉਸ ਦਾ ਉਸੇ ਟਾਈਮ ਪਿੱਛਾ ਕੀਤਾ ਤਾਂ ਉਹ ਦੱਬੇ ਪੈਰੀ ਮੇਰੇ ਭਰਾ ਦੇ ਕਮਰੇ ਵਿੱਚ ਚਲੀ ਗਈ ਤੇ ਅੰਦਰੋਂ ਕੁੰਡੀ ਲਗਾ ਲਈ। ਮੈਂ ਜਦੋਂ ਕਮਰੇ ਦੇ ਲੌਕ ਵਿੱਚੋਂ ਦੇਖਿਆ ਤਾਂ ਮੇਰੇ ਤਾਂ ਹੋਸ਼ ਉੱਡ ਗਏ। ਮੇਰਾ ਨਾਮ ਅਜੀਤ ਹੈ। ਮੇਰੇ ਪਾਪਾ ਡਰਾਈਵਰ ਦੀ ਨੌਕਰੀ ਕਰਕੇ ਸਾਡਾ ਘਰ ਚਲਾਉਂਦੇ ਸੀ। ਸਾਡੇ ਕੋਈ ਜ਼ਿਆਦਾ ਜ਼ਮੀਨ ਜਾਇਦਾਦ ਨਹੀਂ ਸੀ। ਉਹ ਦਿਨ ਰਾਤ ਕਮਾਈ ਕਰਦੇ ਸੀ ਤੇ ਸਾਡੇ ਘਰ ਦਾ ਗੁਜ਼ਾਰਾ ਚੱਲਦਾ ਸੀ। ਤੇ ਉਹਨਾਂ ਦੇ ਨੇ ਮੈਨੂੰ ਵਧੀਆ ਪੜ੍ਹਾਇਆ ਲਿਖਾਇਆ ਤੇ ਮੈਨੂੰ ਇੱਕ ਵਧੀਆ ਨੌਕਰੀ ਤੇ ਲਾ ਦਿੱਤਾ। ਜਦੋਂ ਮੈਂ ਨੌਕਰੀ ਤੇ ਲੱਗ ਗਿਆ ਤਾਂ ਸਾਡੇ ਘਰ ਦਾ ਗੁਜ਼ਾਰਾ ਵੀ ਵਧੀਆ ਚੱਲਣ ਲੱਗ ਪਿਆ ਤੇ ਮੈਂ ਆਪਣੇ ਛੋਟੇ ਭਰਾ ਦੀ ਪੜ੍ਹਾਈ ਤੇ ਪੂਰਾ ਖਰਚ ਕਰਿਆ। ਐਵੇਂ ਹੀ ਸਮਾਂ ਲੰਘਦਾ ਗਿਆ। ਇੱਕ ਵਾਰ ਮੇਰੀ ਮਾਂ ਕੱਪੜੇ ਧੋ ਰਹੀ ਸੀ ਤੇ ਕਮਜ਼ੋਰੀ ਕਾਰਨ ਉਸ ਨੂੰ ਚੱਕਰ ਆ ਗਿਆ। ਉਹ ਡਿੱਗ ਪਈ। ਡਿੱਗਣ ਕਾਰਨ ਉਸ ਦੀ ਰੀੜ੍ਹ ਦੀ ਹੱਡੀ ਵਿੱਚ ਵੀ ਨੁਕਸ ਪੈ ਗਿਆ। ਡਾਕਟਰ ਨੇ ਉਸ ਨੂੰ ਬੈੱਡ ਰੈਸਟ ਲਈ ਕਹਿ ਦਿੱਤਾ। ਹੁਣ ਸਾਡੇ ਘਰ ਵਿੱਚ ਕੰਮ ਕਰਨ ਲਈ ਕੋਈ ਨਹੀਂ ਸੀ। ਕੋਈ ਘਰ ਵਿੱਚ ਕੰਮ ਕਰਨ ਲਈ ਨੌਕਰਾਨੀ ਵੀ ਨਹੀਂ ਸੀ ਮਿਲ ਰਹੀ। ਫਿਰ ਇੱਕ ਦਿਨ ਸਾਡੇ ਗੁਆਂਢ ਵਿੱਚ ਸਾਡੇ ਅੰਕਲ ਮੇਰੀ ਮੰਮੀ ਦਾ ਪਤਾ ਲੈਣ ਆਏ ਤਾਂ ਉਹਨਾਂ ਨੇ ਸਾਡੇ ਘਰ ਦੀ ਹਾਲਤ ਦੇਖੀ। ਕਿਉਂਕਿ ਮੈਂ ਨੌਕਰੀ 'ਤੇ ਚਲਾ ਜਾਂਦਾ ਸੀ ਤੇ ਘਰ ਸੰਭਾਲਣ ਲਈ ਕੋਈ ਵੀ ਨਹੀਂ ਸੀ ਤਾਂ ਉਸ ਨੇ ਕਿਹਾ ਕਿ ਤੁਸੀਂ ਆਪਣੇ ਬੇਟੇ ਲਈ ਰਿਸ਼ਤਾ ਲੈ ਲਵੋ ਤੇ ਉਸ ਦਾ ਵਿਆਹ ਕਰ ਦਿਓ। ਉਸ ਦੀ ਉਮਰ ਵੀ ਵਿਆਹ ਕਰਾਉਣ ਵਾਲੀ ਹੈ। ਘਰ ਵਿੱਚ ਨੌਂ ਰਾਣੀ ਆ ਜਾਵੇਗੀ ਕਿਉਂਕਿ ਇੱਕ ਔਰਤ ਤੋਂ ਬਿਨਾਂ ਘਰ ਦੀ ਸੰਭਾਲ ਨਹੀਂ ਹੁੰਦੀ। ਮੇਰੀ ਮਾਂ ਤਾਂ ਬਿਲਕੁਲ ਬੈੱਡ ਤੇ ਪੈ ਗਈ ਹੈ। ਇਸ ਗੱਲ ਸੁਣ ਕੇ ਮੇਰੇ ਪਾਪਾ ਵੀ ਉਹਨਾਂ ਦੀ ਗੱਲ ਨਾਲ ਸਹਿਮਤ ਹੋ ਗਏ ਤੇ ਉਹ ਵਧੀਆ ਰਿਸ਼ਤੇ ਦੀ ਤਲਾਸ਼ ਕਰਨ ਲੱਗੇ। ਮੇਰੇ ਪਾਪਾ ਦਾ ਦੋਸਤ ਸਾਡੇ ਘਰ ਆਇਆ। ਉਹਨਾਂ ਨੇ ਚਾਹ ਪੀਤੀ ਤੇ ਬਾਅਦ ਵਿੱਚ ਮੈਨੂੰ ਆਪਣੇ ਕੋਲ ਬੁਲਾਇਆ। ਉਹਨਾਂ ਨੇ ਕਿਹਾ ਕਿ ਹੁਣ ਤਾਂ ਤੇਰੇ ਕੋਲ ਵਧੀਆ ਨੌਕਰੀ ਹੈ। ਮੇਰੇ ਕੋਲ ਇੱਕ ਵਧੀਆ ਰਿਸ਼ਤਾ ਹੈ। ਕੁੜੀ ਨੇ ਗ੍ਰੈਜੂਏਸ਼ਨ ਪਾਸ ਕੀਤੀ ਹੈ। ਕੁੜੀ ਬਹੁਤ ਹੀ ਗੁਣਵਾਨ ਹੈ ਤੇ ਚੰਗੇ ਖਾਨਦਾਨ ਦੀ ਤੇ ਬਹੁਤ ਹੀ ਸਮਝਦਾਰ ਹੈ। ਮੈਂ ਰਿਸ਼ਤੇ ਲਈ ਹਾਂ ਕਰ ਦਿੱਤੀ। ਫਿਰ ਕੁਝ ਦਿਨਾਂ ਬਾਅਦ ਉਹ ਸਾਡੇ ਘਰ ਮੈਨੂੰ ਦੇਖਣ ਲਈ ਆਏ। ਉਹਨਾਂ ਨੇ ਮੈਨੂੰ ਦੇਖ ਕੇ ਤੁਰੰਤ ਹੀ ਪਸੰਦ ਕਰ ਲਿਆ ਤੇ ਸਾਡੇ ਵਿਆਹ ਦੀ ਗੱਲ ਚੱਲ ਪਈ। ਵਿਆਹ ਦੀ ਤਰੀਕ ਵੀ ਪੱਕੀ ਕਰ ਲਈ। ਕੁਝ ਦਿਨਾਂ ਬਾਅਦ ਸਾਡਾ ਵਿਆਹ ਹੋ ਗਿਆ ਤੇ ਵਿਆਹ ਸਾਡਾ ਬਹੁਤ ਹੀ ਧੂਮ-ਧਾਮ ਨਾਲ ਤੇ ਚਾਵਾਂ ਨਾਲ ਹੋਇਆ ਤੇ ਰੇਸ਼ਮਾ ਸਾਡੇ ਘਰ ਆ ਗਈ। ਸਾਰੀਆਂ ਰਸਮਾਂ ਰਿਵਾਜ਼ਾਂ ਨਾਲ ਮੈਂ ਤੇ ਰੇਸ਼ਮਾ ਆਪਣੀ ਨਵੀਂ ਜ਼ਿੰਦਗੀ ਦੀ ਸ਼ੁਰੂਆਤ ਕਰ ਲਈ। ਰੇਸ਼ਮਾ ਵਿੱਚ ਬਹੁਤ ਸਾਰੇ ਗੁਣ ਸਨ। ਉਹ ਬਹੁਤ ਹੀ ਸ਼ਰੀਫ ਤੇ ਸਮਝਦਾਰ ਕੁੜੀ ਸੀ ਤੇ ਆਉਂਦਿਆਂ ਹੀ ਸਾਡੇ ਘਰ ਸਾਰੇ ਘਰ ਨੂੰ ਸੰਭਾਲ ਲਿਆ। ਉਹ ਘਰ ਦੇ ਕੰਮ ਦੇ ਨਾਲ-ਨਾਲ ਮੇਰੀ ਮਾਂ ਦੀ ਵੀ ਦੇਖਭਾਲ ਕਰਦੀ ਸੀ ਤੇ ਮੇਰੀ ਮਾਂ ਦੀ ਕਮਰ ਦੀ ਵੀ ਮਾਲਿਸ਼ ਕਰਦੀ। ਮੇਰੀ ਮਾਂ ਨੂੰ ਕਾਫੀ ਫਰਕ ਪੈ ਗਿਆ। ਉਹ ਸ਼ਾਮ ਨੂੰ ਮੇਰੀ ਮਾਂ ਨੂੰ ਬਾਹਰ ਘੁਮਾਉਣ ਲੈ ਕੇ ਜਾਂਦੀ ਤੇ ਉਸ ਦੀ ਬਹੁਤ ਜ਼ਿਆਦਾ ਸੰਭਾਲ ਕਰਦੀ। ਉਹ ਆਪਣੇ ਮੰਮੀ ਪਾਪਾ ਦੀ ਤਰ੍ਹਾਂ ਮੇਰੇ ਮਾਂ-ਬਾਪ ਦੀ ਵੀ ਸੇਵਾ ਕਰਦੀ ਸੀ। ਕੁਝ ਦਿਨਾਂ ਬਾਅਦ ਮੇਰੀ ਮਾਂ ਦੀ ਤਬੀਅਤ ਖਰਾਬ ਹੋ ਗਈ ਤੇ ਉਸ ਨੂੰ ਹਾਰਟ ਦੀ ਪ੍ਰੋਬਲਮ ਹੋ ਗਈ। ਜਦੋਂ ਅਸੀਂ ਡਾਕਟਰ ਕੋਲ ਲੈ ਕੇ ਜਾ ਰਹੇ ਸੀ ਤਾਂ ਰਸਤੇ ਵਿੱਚ ਹੀ ਉਹਨਾਂ ਦੀ ਮੌਤ ਹੋ ਗਈ। ਸਾਰੇ ਘਰ ਵਿੱਚ ਉਦਾਸੀ ਛਾ ਗਈ ਤੇ ਘਰ ਵਿੱਚ ਸੁੰਨਸਾਨ ਹੋ ਗਈ। ਹੌਲੀ-ਹੌਲੀ ਸਮਾਂ ਲੰਘਦਾ ਗਿਆ ਤੇ ਅਸੀਂ ਆਪਣੇ ਆਪ ਨੂੰ ਸੰਭਾਲ ਲਿਆ ਤੇ ਆਪੋ ਆਪਣੇ ਕੰਮਾਂ ਕਾਰਾਂ ਵਿੱਚ ਲੱਗ ਗਏ। ਕੁਝ ਦਿਨਾਂ ਬਾਅਦ ਰੇਸ਼ਮਾ ਦੇ ਭੂਆ ਜੀ ਤੇ ਕੁਝ ਹੋਰ ਰਿਸ਼ਤੇਦਾਰ ਸਾਡੇ ਘਰ ਆਏ। ਉਹ ਨਾਲ ਦੇ ਪਿੰਡ ਵਿੱਚ ਕਿਸੇ ਫੰਕਸ਼ਨ 'ਤੇ ਆਏ ਸੀ। ਉਹ ਸਾਨੂੰ ਮਿਲਣ ਲਈ ਆ ਗਏ। ਉਹ ਇੱਕ ਰਾਤ ਲਈ ਸਾਡੇ ਘਰ ਹੀ ਰੁਕ ਗਏ। ਜਦੋਂ ਸਾਡੇ ਘਰ ਮਹਿਮਾਨ ਆਏ ਤਾਂ ਸਾਡੇ ਘਰ ਰੌਣਕ ਲੱਗ ਗਈ। ਇੱਕ ਦਿਨ ਦਾ ਪਤਾ ਹੀ ਨਾ ਲੱਗਿਆ ਕਿ ਕਿਵੇਂ ਲੰਘ ਗਿਆ। ਅਗਲੇ ਦਿਨ ਆਪਣੇ ਘਰ ਲਈ ਉਹ ਚਲੇ ਗਏ ਤੇ ਮੈਂ ਵੀ ਆਪਣੇ ਕੰਮ 'ਤੇ ਚਲਾ ਗਿਆ। ਦਫ਼ਤਰ ਵਿੱਚ ਜਾ ਕੇ ਮੇਰੀ ਸਿਹਤ ਖਰਾਬ ਹੋ ਗਈ ਤੇ ਮੈਨੂੰ ਚੱਕਰ ਆਉਣ ਲੱਗ ਗਏ। ਮੈਂ ਥੋੜ੍ਹੀ ਬਹੁਤ ਦਵਾਈ ਵੀ ਲਈ ਪਰ ਮੈਨੂੰ ਆਰਾਮ ਨਾ ਆਇਆ ਤੇ ਮੈਂ ਆਪਣੇ ਘਰ ਆ ਗਿਆ। ਜਦੋਂ ਮੈਂ ਅਚਾਨਕ ਘਰ ਆਇਆ ਮੈਂ ਰੇਸ਼ਮਾ ਨੂੰ ਬਹਾਨਾ ਬਣਾ ਦਿੱਤਾ
ਅੱਜ ਦਫ਼ਤਰ ਜਲਦੀ ਬੰਦ ਹੋ ਗਿਆ ਸੀ, ਪਰ ਮੈਂ ਆਪਣੀ ਸਿਹਤ ਬਾਰੇ ਰੇਸ਼ਮਾ ਨੂੰ ਨਾ ਦੱਸਿਆ। ਮੈਂ ਆਪਣੀ ਬਿਮਾਰੀ ਨੂੰ ਨਾਰਮਲ ਹੀ ਸਮਝਿਆ, ਪਰ ਮੇਰੀ ਸਿਹਤ ਵਿੱਚ ਕੋਈ ਵੀ ਸੁਧਾਰ ਨਹੀਂ ਸੀ ਹੋ ਰਿਹਾ। ਫਿਰ ਮੈਂ ਆਪਣਾ ਚੈੱਕਅਪ ਕਰਾਇਆ ਤੇ ਡਾਕਟਰ ਨੇ ਮੇਰੇ ਕੁਝ ਟੈਸਟ ਲਏ ਤੇ ਜਦੋਂ ਟੈਸਟਾਂ ਦੀ ਰਿਪੋਰਟ ਆਈ ਤਾਂ ਡਾਕਟਰ ਨੇ ਜੋ ਮੈਨੂੰ ਦੱਸਿਆ, ਮੇਰੀਆਂ ਅੱਖਾਂ ਅੱਗੇ ਹਨੇਰਾ ਆ ਗਿਆ। ਉਸ ਸਮੇਂ ਰੇਸ਼ਮਾ ਵੀ ਮੇਰੇ ਨਾਲ ਸੀ। ਉਹ ਜਿੱਦ ਕਰਕੇ ਮੇਰੇ ਨਾਲ ਹਸਪਤਾਲ ਆ ਗਈ ਸੀ। ਡਾਕਟਰ ਨੇ ਮੇਰੀ ਦਵਾਈ ਸ਼ੁਰੂ ਕਰ ਦਿੱਤੀ, ਰੋਜ਼ਾਨਾ ਲੈਣ ਲਈ ਕਿਹਾ ਤੇ ਮੈਨੂੰ ਹਫ਼ਤੇ ਬਾਅਦ ਚੈੱਕਅਪ ਕਰਾਉਣ ਲਈ ਕਿਹਾ। ਮੈਨੂੰ ਦਵਾਈ ਨਾਲ ਕੁਝ ਸਿਹਤ ਵਿੱਚ ਫ਼ਰਕ ਮਹਿਸੂਸ ਹੋਣ ਲੱਗਿਆ ਤੇ ਇੱਕ ਦਿਨ ਨੀਂਦ ਆਉਣ ਲੱਗ ਗਈ। ਰੇਸ਼ਮਾ ਦੇ ਪੇਕਿਆਂ ਤੋਂ ਫੋਨ ਆਇਆ ਕਿ ਉਹਨਾਂ ਦੇ ਘਰ ਵਿੱਚ ਇੱਕ ਛੋਟਾ ਜਿਹਾ ਫੰਕਸ਼ਨ ਰੱਖਿਆ। ਉਸ ਦੇ ਭਤੀਜੇ ਦਾ ਜਨਮ ਦਿਨ ਹੈ ਤੇ ਤੁਸੀਂ ਜ਼ਰੂਰ ਆਇਓ। ਰੇਸ਼ਮਾ ਨੇ ਤਾਂ ਮਨਾ ਕਰ ਦਿੱਤਾ। ਉਹਨਾਂ ਨੂੰ ਜਵਾਬ ਦੇ ਦਿੱਤਾ। ਮੈਂ ਉਸ ਨੂੰ ਸਮਝਾਇਆ ਕਿ ਤੂੰ ਇਕੱਲੀ ਚਲੀ ਜਾ, ਪਰ ਮੈਂ ਰੇਸ਼ਮਾ ਨੂੰ ਕਿਹਾ ਕਿ ਤੂੰ ਮੇਰੀ ਸਿਹਤ ਬਾਰੇ ਉਹਨਾਂ ਨੂੰ ਕੁਝ ਨਾ ਦੱਸੀ। ਪਰ ਉਹ ਕਹਿੰਦੀ ਕਿ ਮੈਂ ਤੁਹਾਨੂੰ ਇਕੱਲਿਆਂ ਨੂੰ ਛੱਡ ਕੇ ਨਹੀਂ ਜਾ ਸਕਦੀ। ਹੌਲੀ ਹੌਲੀ ਐਵੇਂ ਹੀ ਦਿਨ ਲੰਘਦੇ ਗਏ, ਪਰ ਮੈਂ ਹੁਣ ਰੇਸ਼ਮਾ ਦੇ ਸੁਭਾਅ ਵਿੱਚ ਬਦਲਾਵ ਮਹਿਸੂਸ ਕਰਿਆ, ਕਿਉਂਕਿ ਜਦੋਂ ਵੀ ਰਾਤ ਹੁੰਦੀ ਤਾਂ ਉਹ ਦੱਬੇ ਪੈਰੀ ਮੇਰੇ ਭਰਾ ਦੇ ਕਮਰੇ ਵਿੱਚ ਚਲੀ ਜਾਂਦੀ। ਮੈਨੂੰ ਇੱਕ ਦਿਨ ਪਤਾ ਲੱਗਿਆ ਕਿ ਜਦੋਂ ਮੇਰੀ ਅਚਾਨਕ ਅੱਖ ਖੁੱਲ੍ਹੀ ਤੇ ਜਦੋਂ ਮੈਂ ਰੇਸ਼ਮਾ ਨੂੰ ਦੇਖਿਆ ਤਾਂ ਉਹ ਬੈੱਡ ਦੇ ਉੱਪਰ ਨਹੀਂ ਸੀ। ਮੈਂ ਉੱਠ ਕੇ ਕਮਰੇ ਤੋਂ ਬਾਹਰ ਦੇਖਿਆ, ਉਹ ਬਾਹਰ ਵੀ ਨਹੀਂ ਸੀ, ਪਰ ਮੇਰੇ ਛੋਟੇ ਭਰਾ ਦੇ ਕਮਰੇ ਵਿੱਚੋਂ ਆਵਾਜ਼ਾਂ ਆ ਰਹੀਆਂ ਸਨ। ਮੈਂ ਗੇਟ ਦੇ ਨਾਲ ਕੰਨ ਲਗਾ ਕੇ ਸੁਣਿਆ ਤਾਂ ਮੇਰੇ ਭਰਾ ਦੀ ਆਵਾਜ਼ ਆ ਰਹੀ ਸੀ ਤੇ ਉਹ ਅੱਜ ਆਵਾਜ਼ ਵੀ ਅਜੀਬ ਤਰ੍ਹਾਂ ਦੀ ਸੀ। ਮੇਰੇ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ। ਮੈਂ ਉਦੋਂ ਤੱਕ ਕੁਝ ਨਾ ਬੋਲਿਆ ਤੇ ਆ ਕੇ ਆਪਣੇ ਕਮਰੇ ਵਿੱਚ ਚੁੱਪਚਾਪ ਪੈ ਗਿਆ। ਅਗਲੇ ਦਿਨ ਮੈਂ ਸੌਣ ਦਾ ਫਿਰ ਨਾਟਕ ਕੀਤਾ। 11 ਕੁ ਵਜੇ ਫਿਰ ਰੇਸ਼ਮਾ ਉੱਠੀ ਤੇ ਮੇਰੇ ਭਰਾ ਦੇ ਕਮਰੇ ਵਿੱਚ ਚਲੀ ਗਈ। ਮੈਂ ਉਸ ਦੇ ਮਗਰ ਚਲਾ ਗਿਆ ਤਾਂ ਮੈਂ ਦੇਖਿਆ ਉਹ ਮੇਰੇ ਭਰਾ ਦੇ ਕਮਰੇ ਵਿੱਚ ਜਾ ਕੇ ਕੁੰਡੀ ਲਗਾ ਲਈ ਤੇ ਕਾਫੀ ਦੇਰ ਤੋਂ ਬਾਅਦ ਕਮਰੇ ਵਿੱਚੋਂ ਬਾਹਰ ਆਈ। ਮੈਂ ਵੀ ਉਸ ਨੂੰ ਹਰ ਰੋਜ਼ ਇਸ ਤਰ੍ਹਾਂ ਜਾਂਦਾ ਦੇਖਦਾ, ਪਰ ਕੁਝ ਨਾ ਬੋਲਦਾ। ਮੈਂ ਇਸ ਗੱਲ ਦਾ ਰਾਜ਼ ਜਾਣਨਾ ਚਾਹੁੰਦਾ ਸੀ। ਇੱਕ ਦਿਨ ਮੈਂ ਆਫਿਸ ਜਾਣ ਦਾ ਬਹਾਨਾ ਬਣਾ ਕੇ ਬਾਹਰ ਚਲਾ ਗਿਆ। ਕੁਝ ਟਾਈਮ ਬਾਅਦ ਮੈਂ ਘਰ ਵਾਪਸ ਆਇਆ ਤਾਂ ਰੇਸ਼ਮਾ ਛੋਟੇ ਭਰਾ ਦੇ ਕਮਰੇ ਵਿੱਚ ਸੀ ਤੇ ਮੈਨੂੰ ਉਸ 'ਤੇ ਬਹੁਤ ਗੁੱਸਾ ਆਇਆ, ਪਰ ਮੈਂ ਆਪਣੇ ਗੁੱਸੇ 'ਤੇ ਕੰਟਰੋਲ ਕਰਿਆ ਤੇ ਮੈਂ ਸੋਚਦਾ ਸੀ ਕਿ ਆ ਕੇ ਉਹਨਾਂ ਵਿੱਚ ਕੀ ਕੁਝ ਚੱਲ ਰਿਹਾ ਹੈ। ਮੈਂ ਇਸ ਤਰ੍ਹਾਂ ਹੀ ਇੱਕ ਦਿਨ ਦਫ਼ਤਰ ਜਾਣ ਦਾ ਬਹਾਨਾ ਬਣਾ ਕੇ ਬਾਹਰ ਚਲਾ ਗਿਆ। ਜਦੋਂ ਮੈਂ ਘੰਟੇ ਬਾਅਦ ਘਰ ਆਇਆ ਤਾਂ ਉਹ ਆਪਣੇ ਕਮਰੇ ਵਿੱਚ ਨਹੀਂ ਸੀ, ਤਾਂ ਉਹ ਤਾਂ ਅਮਰ ਦੇ ਕਮਰੇ ਵਿੱਚ ਸੀ। ਮੈਨੂੰ ਹੁਣ ਰੇਸ਼ਮਾ ਦੇ ਉੱਪਰ ਸ਼ੱਕ ਹੋਣ ਲੱਗ ਗਿਆ ਸੀ, ਕਿਉਂਕਿ ਅਮਰ ਦੇ ਕਮਰੇ ਵਿੱਚ ਮੇਰੀ ਗੈਰ ਹਾਜ਼ਰੀ ਵਿੱਚ ਹੀ ਰੇਸ਼ਮਾ ਕਿਉਂ ਜਾਂਦੀ ਸੀ। ਇਹ ਸਭ ਕੁਝ ਪੁੱਛਣਾ ਮੈਂ ਚਾਹੁੰਦਾ ਸੀ। ਮੈਨੂੰ ਉਸ 'ਤੇ ਬਹੁਤ ਗੁੱਸਾ ਆਉਂਦਾ। ਕਦੇ-ਕਦੇ ਤਾਂ ਮੈਂ ਉਸ ਨਾਲ ਲੜਾਈ ਵੀ ਕਰਦਾ। ਪੁੱਛਣ ਦੀ ਕੋਸ਼ਿਸ਼ ਕਰਦਾ ਤਾਂ ਉਹ ਗੱਲ ਬਦਲ ਦਿੰਦੀ। ਮੈਨੂੰ ਉਸ 'ਤੇ ਹੁਣ ਹੋਰ ਜ਼ਿਆਦਾ ਸ਼ੱਕ ਹੋਣ ਲੱਗ ਗਿਆ, ਕਿਉਂਕਿ ਉਸਨੇ ਮੈਨੂੰ ਸੱਚੀ ਗੱਲ ਨਹੀਂ ਸੀ ਦੱਸੀ। ਜਦੋਂ ਮੈਂ ਇਸ ਗੱਲ ਬਾਰੇ ਉਸ ਨਾਲ ਗੱਲ ਕਰਦਾ ਤਾਂ ਉਹ ਮੈਨੂੰ ਕਹਿੰਦੀ ਕਿ ਤੁਹਾਨੂੰ ਸ਼ੱਕ ਤੋਂ ਬਿਨਾਂ ਹੋਰ ਕੋਈ ਕੰਮ ਨਹੀਂ। ਜਦੋਂ ਵੀ ਮੈਂ ਉਸ ਦੇ ਨੇੜੇ ਜਾਂਦਾ ਤਾਂ ਉਹ ਮੇਰੇ ਨਾਲ ਹਮੇਸ਼ਾ ਗੁੱਸੇ ਨਾਲ ਹੀ ਗੱਲ ਕਰਦੀ। ਹੁਣ ਮੈਨੂੰ ਪੂਰਾ ਯਕੀਨ ਹੋ ਗਿਆ ਕਿ ਕੋਈ ਨਾ ਕੋਈ ਗੱਲ ਤਾਂ ਜ਼ਰੂਰ ਹੈ। ਜਦੋਂ ਦਾ ਮੈਂ ਬਿਮਾਰ ਹੋਇਆ ਉਦੋਂ ਦਾ ਉਸ ਦੇ ਸੁਭਾਅ ਵਿੱਚ ਬਹੁਤ ਜ਼ਿਆਦਾ ਫਰਕ ਪੈ ਗਿਆ ਸੀ। ਉਹ ਪਹਿਲਾਂ ਬਹੁਤ ਹੀ ਜ਼ਿਆਦਾ ਸਮਝਦਾਰ ਭੋਲੀ ਸੀ। ਮੈਨੂੰ ਤਾਂ ਯਕੀਨ ਨਹੀਂ ਹੁੰਦਾ ਸੀ ਕਿ ਉਹ ਕਦੇ ਮੇਰੇ ਨਾਲ ਇਸ ਤਰ੍ਹਾਂ ਕਰ ਸਕਦੀ ਹੈ। ਉਹ ਮੈਨੂੰ ਧੋਖਾ ਦੇਵੇਗੀ। ਫਿਰ ਇੱਕ ਦਿਨ ਮੈਂ ਉਸ ਦੇ ਪਾਪਾ ਨਾਲ ਉਹਦੇ ਸੁਭਾਅ ਬਾਰੇ ਗੱਲ ਕਰੀ ਤਾਂ ਉਹਨਾਂ ਨੇ ਕਿਹਾ ਕਿ ਮੈਂ ਉਸ ਨੂੰ ਸਮਝਾਵਾਂਗਾ ਕਿ ਉਹ ਇਸ ਤਰ੍ਹਾਂ ਕਿਉਂ ਕਰ ਰਹੀ ਹੈ। ਮੈਂ ਉਹਨਾਂ ਨੂੰ ਸਿਰਫ ਉਸ ਦੇ ਸੁਭਾਅ ਬਾਰੇ ਹੀ ਦੱਸਿਆ ਸੀ। ਮੈਂ ਪੂਰੀ ਗੱਲ ਉਹਨਾਂ ਨੂੰ ਨਾ ਦੱਸੀ, ਕਿਉਂਕਿ ਇਹ ਸਾਡੇ ਘਰ ਦਾ ਮਸਲਾ ਸੀ। ਉਹਨਾਂ ਨੂੰ ਆਪਣੇ ਮੂੰਹ ਨਾਲ ਕਿਵੇਂ ਦੱਸਦਾ। ਇਹ ਰੇਸ਼ਮਾ ਮੇਰੇ ਭਰਾ ਨਾਲ ਗਲਤ ਸੀ। ਇੱਕ ਦਿਨ ਅਮਰ ਨੂੰ ਬਾਹਰ ਮੈਂ ਬਹਾਨੇ ਨਾਲ ਲੈ ਗਿਆ ਤੇ ਸਾਡੇ ਘਰ ਤੋਂ ਕੁਝ ਦੂਰ ਬਣੇ ਪਾਰਕ ਵਿੱਚ ਅਸੀਂ ਚਲੇ ਗਏ। ਮੈਨੂੰ ਮੇਰਾ ਛੋਟਾ ਭਰਾ ਕਹਿੰਦਾ ਕਿ ਤੁਸੀਂ ਮੈਨੂੰ ਦੱਸੋ ਕਿ ਮੈਨੂੰ ਇਸ ਪਾਰਕ ਵਿੱਚ ਕਿਉਂ ਲੈ ਕੇ ਜਾ ਰਹੇ ਹੋ। ਪਹਿਲਾਂ ਤਾਂ ਤੁਸੀਂ ਕਦੇ ਇਸ ਤਰ੍ਹਾਂ ਮੇਰੇ ਨਾਲ ਕਦੇ ਇਸ ਪਾਰਕ ਵਿੱਚ ਨਹੀਂ ਆਏ। ਜਦੋਂ ਮੈਂ ਆਪਣੇ ਭਰਾ ਨੂੰ ਪਾਰਕ ਦੇ ਸੁੰਨ ਜਿਹੀ ਜਗ੍ਹਾ ਵਿੱਚ ਲੈ ਗਿਆ ਤੇ ਮੇਰੀਆਂ ਅੱਖਾਂ ਗੁੱਸੇ ਨਾਲ ਬੁਰੀ ਤਰ੍ਹਾਂ ਲਾਲ ਸੀ ਤੇ ਮੇਰਾ ਭਰਾ ਮੈਨੂੰ ਦੇਖ ਕੇ ਡਰ ਗਿਆ। ਮੈਂ ਗੁੱਸੇ ਭਰੀ ਆਵਾਜ਼ ਵਿੱਚ ਪੁੱਛਿਆ,
ਤੇ ਮੈਂ ਸਿੱਧੇ ਸ਼ਬਦਾਂ ਵਿੱਚ ਕਿਹਾ ਕਿ ਤੇਰੇ ਤੇ ਰੇਸ਼ਮਾ ਵਿੱਚ ਕੀ ਚੱਲ ਰਿਹਾ ਹੈ। ਤਾਂ ਅੱਗੋਂ ਅਮਰ ਨੇ ਜੋ ਕਿਹਾ ਉਹ ਸੁਣ ਕੇ ਮੈਂ ਹੈਰਾਨ ਰਹਿ ਗਿਆ। ਅਮਰ ਕਹਿੰਦਾ ਕਿ ਉਹ ਤਾਂ ਮੇਰੀ ਭਾਬੀ ਹੈ ਤੇ ਭਾਬੀ ਮਾਂ ਵਰਗੀ ਹੁੰਦੀ ਹੈ। ਪਰ ਅਮਰ ਦੀਆਂ ਗੱਲਾਂ ਤੇ ਮੈਨੂੰ ਕੋਈ ਯਕੀਨ ਨਹੀਂ ਸੀ ਹੋ ਰਿਹਾ, ਕਿਉਂਕਿ ਮੈਨੂੰ ਪਤਾ ਸੀ ਕਿ ਉਹ ਦੋਵੇਂ ਹੀ ਮੇਰੇ ਨਾਲ ਝੂਠ ਬੋਲ ਰਹੇ ਹਨ। ਫਿਰ ਮੈਂ ਗੁੱਸੇ ਭਰੀ ਆਵਾਜ਼ ਵਿੱਚ ਅਮਰ ਨੂੰ ਕਿਹਾ ਕਿ ਤੂੰ ਚੁੱਪਚਾਪ ਮੈਨੂੰ ਸਹੀ ਗੱਲ ਦੱਸ ਦੇ, ਤੇਰੇ ਕਮਰੇ ਵਿੱਚ ਰੇਸ਼ਮਾ ਕੀ ਕਰਨ ਜਾਂਦੀ ਹੈ। ਮੈਂ ਉਸ ਨੂੰ ਗੁੱਸੇ ਵਿੱਚ ਹੋਰ ਵੀ ਕਈ ਗੱਲਾਂ ਕਹੀਆਂ, ਪਰ ਅਮਰ ਮੇਰੀ ਗੱਲ ਮੰਨਣ ਨੂੰ ਤਿਆਰ ਨਹੀਂ ਸੀ। ਉਹ ਕਹਿੰਦਾ ਕਿ ਸਾਡੇ ਦੋਹਾਂ ਵਿੱਚ ਕੁਝ ਨਹੀਂ ਹੈ। ਜਦੋਂ ਮੈਂ ਜ਼ੋਰ ਨਾਲ ਬੋਲਿਆ ਤਾਂ ਮੈਨੂੰ ਖੰਘ ਆਉਣ ਲੱਗੀ ਤੇ ਮੇਰੇ ਖੰਘਣ ਕਾਰਨ ਮੇਰਾ ਸਾਹ ਚੜ ਗਿਆ। ਅਮਰ ਭੱਜ ਕੇ ਮੇਰੇ ਲਈ ਪਾਣੀ ਦਾ ਗਲਾਸ ਲੈ ਕੇ ਆਇਆ ਤੇ ਕਿਹਾ ਕਿ ਤੁਸੀਂ ਮੇਰੇ ਤੇ ਵੀਰੇ ਬੇਵਜ੍ਹਾ ਹੀ ਸ਼ੱਕ ਕਰ ਰਹੇ ਹੋ, ਤੁਸੀਂ ਪਾਣੀ ਪੀਓ ਤੇ ਬੈਠ ਜਾਓ। ਪਰ ਮੈਨੂੰ ਉਸ ਦੀਆਂ ਗੱਲਾਂ ਵਿੱਚ ਝੂਠ ਨਜ਼ਰ ਆ ਰਿਹਾ ਸੀ। ਮੇਰਾ ਦਿਲ ਬਿਲਕੁਲ ਵੀ ਨਹੀਂ ਸੀ ਮੰਨਦਾ ਕਿ ਅਮਰ ਸੱਚਾ ਹੈ। ਫਿਰ ਮੈਂ ਕੁਝ ਨਾ ਬੋਲਿਆ ਤੇ ਮੈਂ ਉਸ ਨੂੰ ਗੁੱਸੇ ਵਿੱਚ ਪਾਰਕ ਵਿੱਚ ਹੀ ਛੱਡ ਕੇ ਘਰ ਆ ਗਿਆ। ਇੱਕ ਦਿਨ ਫਿਰ ਮੈਂ ਸੋਚਿਆ ਕਿ ਮੈਂ ਪਾਪਾ ਨੂੰ ਸਾਰਾ ਕੁਝ ਸੱਚ ਦੱਸ ਦੇਵਾਂ, ਪਰ ਫਿਰ ਮੇਰੇ ਤੋਂ ਕੁਝ ਵੀ ਨਾ ਦੱਸਿਆ ਗਿਆ, ਕਿਉਂਕਿ ਮੈਂ ਨਹੀਂ ਸੀ ਚਾਹੁੰਦਾ ਕਿ ਸਾਡੇ ਦੋਹਾਂ ਜੀਆਂ ਦੀ ਗੱਲ ਪਾਪਾ ਤੱਕ ਪਹੁੰਚੇ ਤੇ ਉਹਨਾਂ ਦਾ ਵੀ ਦਿਲ ਦੁਖੀ ਹੋਵੇ। ਮੈਂ ਹੁਣ ਘਰ ਵਿੱਚ ਜ਼ਿਆਦਾ ਟਾਈਮ ਨਹੀਂ ਸੀ ਰਹਿੰਦਾ। ਮੇਰਾ ਦਿਲ ਨਹੀਂ ਸੀ ਕਰਦਾ ਕਿ ਮੈਂ ਉਸ ਘਰ ਵਿੱਚ ਰਹਾਂ, ਕਿਉਂਕਿ ਮੈਂ ਜਦੋਂ ਵੀ ਅਮਰ ਤੇ ਰੇਸ਼ਮਾ ਨੂੰ ਦੇਖਦਾ ਤਾਂ ਮੇਰਾ ਖੂਨ ਉਬਾਲੇ ਖਾਣ ਲੱਗ ਜਾਂਦਾ। ਮੇਰੇ ਤੋਂ ਉਹਨਾਂ ਦੋਹਾਂ ਨੂੰ ਦੇਖਿਆ ਨਹੀਂ ਸੀ ਜਾਂਦਾ। ਫਿਰ ਇੱਕ ਦਿਨ ਮੈਂ ਆਪਣੇ ਜਿਗਰੀ ਦੋਸਤ ਨੂੰ ਸਾਰੀ ਗੱਲ ਦੱਸੀ ਕਿ ਅਮਰ ਤੇ ਰੇਸ਼ਮਾ ਵਿੱਚ ਕੁਝ ਚੱਲ ਰਿਹਾ ਹੈ। ਉਸ ਨੇ ਜਦੋਂ ਮੇਰੀ ਗੱਲ ਸੁਣੀ ਤਾਂ ਉਸਨੇ ਕਿਹਾ ਕਿ ਇਹ ਗੱਲ ਤਾਂ ਬਹੁਤ ਹੀ ਗੰਭੀਰ ਹੈ, ਉਹਨਾਂ ਨੂੰ ਅਜਿਹਾ ਨਹੀਂ ਕਰਨਾ ਚਾਹੀਦਾ। ਪਰ ਮੈਨੂੰ ਯਕੀਨ ਨਹੀਂ ਸੀ ਕਿ ਅਮਰ ਇਸ ਤਰ੍ਹਾਂ ਦਾ ਮੁੰਡਾ ਹੋਵੇਗਾ। ਉਹ ਤਾਂ ਬਹੁਤ ਹੀ ਭੋਲਾ ਭਾਲਾ ਤੇ ਸਿੱਧਾ ਸਾਦਾ ਹੈ। ਫਿਰ ਮੈਂ ਕਰਨ ਨੂੰ ਕਿਹਾ ਕਿ ਅਮਰ ਤੇ ਰੇਸ਼ਮਾ ਵਿੱਚ ਜ਼ਰੂਰ ਕੁਝ ਨਾ ਕੁਝ ਤਾਂ ਹੈ, ਅਜਿਹਾ ਚੱਲ ਰਿਹਾ ਹੈ, ਉਹਨਾਂ ਦੇ ਵਿੱਚ ਆਪਸ ਵਿੱਚ ਕੁਝ ਸਬੰਧ ਹਨ, ਨਹੀਂ ਤਾਂ ਉਹਨਾਂ ਨੂੰ ਇਹ ਕੁਝ ਕਰਨ ਦੀ ਕੀ ਲੋੜ ਹੈ ਕਿ ਉਹ ਰਾਤ ਨੂੰ ਉੱਠ ਕੇ ਅਮਰ ਦੇ ਕਮਰੇ ਵਿੱਚ ਜਾਵੇ। ਉਸ ਦਾ ਸੁਭਾਅ ਵੀ ਬਦਲ ਗਿਆ ਹੈ। ਉਹ ਮੇਰੇ ਨਾਲ ਗੱਲ-ਗੱਲ ਤੇ ਹੀ ਲੜਦੀ ਰਹਿੰਦੀ ਹੈ ਤੇ ਮੈਂ ਕਿਹਾ ਕਿ ਮੇਰੇ ਨਾਲੋਂ ਜ਼ਿਆਦਾ ਅਮਰ ਦੇ ਕਰੀਬ ਰਹਿੰਦੀ ਹੈ। ਮੈਨੂੰ ਉਸਨੇ ਕਿਹਾ ਕਿ ਤੂੰ ਉਹਨਾਂ ਦੋਹਾਂ ਤੇ ਨਜ਼ਰ ਰੱਖ, ਹੌਲੀ-ਹੌਲੀ ਸਭ ਕੁਝ ਤੇਰੇ ਸਾਹਮਣੇ ਸੱਚ ਆ ਜਾਵੇਗਾ। ਫਿਰ ਮੈਂ ਕਰਨ ਨੂੰ ਕਿਹਾ ਕਿ ਮੈਂ ਹੁਣ ਉਹਨਾਂ ਤੇ ਪੂਰੀ ਨਜ਼ਰ ਰੱਖਾਂਗਾ। ਫਿਰ ਇੱਕ ਦਿਨ ਮੈਂ ਰਾਤ ਨੂੰ ਬਾਹਰ ਜਾਣ ਦਾ ਬਹਾਨਾ ਬਣਾ ਲਿਆ ਤੇ ਆਪ ਅਮਰ ਦੇ ਕਮਰੇ ਵਿੱਚ ਜਾ ਕੇ ਲੁਕ ਗਿਆ। ਉਸ ਸਮੇਂ ਅਮਰ ਬਾਹਰ ਸੈਰ ਕਰ ਰਿਹਾ ਸੀ। ਜਦੋਂ ਅਮਰ ਅੱਧੇ ਘੰਟੇ ਬਾਅਦ ਵਾਪਸ ਆਇਆ ਤਾਂ ਉਦੋਂ ਰਾਤ ਦੇ 10 ਵੱਜ ਚੁੱਕੇ ਸਨ। ਮੈਂ ਰੇਸ਼ਮਾ ਨੂੰ ਕਿਹਾ ਕਿ ਮੈਂ ਅੱਜ ਰਾਤ ਬਾਹਰ ਹੀ ਰਹਾਂਗਾ, ਮੈਨੂੰ ਦਫ਼ਤਰ ਜ਼ਰੂਰੀ ਕੰਮ ਹੈ। ਮੈਂ ਉਸ ਨੂੰ ਝੂਠ ਬੋਲ ਦਿੱਤਾ ਤੇ ਮੈਂ ਉਸ ਰਾਤ ਉਹਨਾਂ ਦੋਹਾਂ ਨੂੰ ਰੰਗੇ ਹੱਥੀਂ ਫੜਨਾ ਚਾਹੁੰਦਾ ਸੀ, ਕਿਉਂਕਿ ਉਹ ਰੇਸ਼ਮਾ ਨੂੰ ਵੀ ਪਤਾ ਨਹੀਂ ਸੀ ਕਿ ਮੈਂ ਘਰ ਵਿੱਚ ਨਹੀਂ ਹਾਂ। ਉਹ ਅੱਜ ਜਲਦੀ ਹੀ ਅਮਰ ਦੇ ਕਮਰੇ ਵਿੱਚ ਆਵੇਗੀ। ਜਦੋਂ ਅਮਰ ਬਾਹਰ ਗਿਆ ਸੀ ਤਾਂ ਮੈਂ ਰੇਸ਼ਮਾ ਦੇ ਕਮਰੇ ਦੀ ਅਲਮਾਰੀ ਦੇ ਓਹਲੇ ਲੁਕ ਗਿਆ। ਰੇਸ਼ਮਾ ਜਦੋਂ ਕਮਰੇ ਵਿੱਚ ਆਈ ਤਾਂ ਉਹਦੇ ਹੱਥ ਵਿੱਚ ਇੱਕ ਤੇਲ ਦੀ ਕੌਲੀ ਤੇ ਕੁਝ ਮੈਡੀਸਨ ਸੀ। ਮੈਂ ਤਾਂ ਹੈਰਾਨ ਰਹਿ ਗਿਆ ਕਿ ਇਹ ਦਵਾਈ ਤੇ ਤੇਲ ਦੀ ਕੌਲੀ ਨਾਲ ਕਿਉਂ ਲੈ ਕੇ ਆਈ ਹੈ। ਜਦੋਂ ਰੇਸ਼ਮਾ ਕਮਰੇ ਵਿੱਚ ਆਈ ਤਾਂ ਅਮਰ ਨੇ ਆਪਣੀ ਸ਼ਰਟ ਉਤਾਰੀ ਤਾਂ ਉਸ ਦਾ ਪੇਟ ਕਾਫੀ ਫੁੱਲਿਆ ਹੋਇਆ ਸੀ। ਫਿਰ ਅਮਰ ਬੈੱਡ ਉੱਪਰ ਲੰਮਾ ਪੈ ਗਿਆ। ਰੇਸ਼ਮਾ ਨੇ ਹੌਲੀ-ਹੌਲੀ ਉਸ ਦੇ ਪੇਟ ਦੀ ਮਸਾਜ ਕਰਨੀ ਸ਼ੁਰੂ ਕਰ ਦਿੱਤੀ। ਮੈਂ ਅਲਮਾਰੀ ਪਿੱਛੋਂ ਖੜਾ ਦੇਖ ਰਿਹਾ ਸੀ। ਮੇਰੇ ਤੋਂ ਰਿਹਾ ਨਾ ਗਿਆ ਤੇ ਮੈਂ ਅਲਮਾਰੀ ਦੇ ਪਿੱਛੋਂ ਬਾਹਰ ਆ ਗਿਆ। ਮੈਂ ਰੇਸ਼ਮਾ ਦਾ ਹੱਥ ਫੜ ਲਿਆ ਤੇ ਉਸ ਨੂੰ ਗੁੱਸੇ ਵਿੱਚ ਪੁੱਛਿਆ ਕਿ ਇਹ ਕੀ ਕਰ ਰਹੀ ਹੈ। ਤਾਂ ਉਹ ਮੈਨੂੰ ਦੇਖ ਕੇ ਇੱਕਦਮ ਘਬਰਾ ਗਈ ਤੇ ਉਸ ਤੋਂ ਕੁਝ ਵੀ ਬੋਲਿਆ ਨਹੀਂ ਸੀ ਜਾ ਰਿਹਾ। ਫਿਰ ਉਸਨੇ ਕੰਬਦੀ ਆਵਾਜ਼ ਨਾਲ ਕਿਹਾ ਕਿ ਤੁਸੀਂ ਘਬਰਾਓ ਨਾ, ਬੈਠ ਜਾਓ, ਮੇਰੀ ਸਾਰੀ ਗੱਲ ਸੁਣੋ। ਪਰ ਮੇਰੇ ਤੋਂ ਗੁੱਸੇ ਵਿੱਚ ਉੱਚੀ ਬੋਲਿਆ ਗਿਆ ਤੇ ਮੈਂ ਉਸ ਨੂੰ ਪੁੱਛਿਆ ਕਿ ਤੂੰ ਮੈਨੂੰ ਸੱਚ-ਸੱਚ ਦੱਸ ਕੀ ਹੋ ਰਿਹਾ ਹੈ। ਰੇਸ਼ਮਾ ਨੇ ਕਿਹਾ ਕਿ ਮੈਂ ਤੁਹਾਨੂੰ ਸਭ ਕੁਝ ਸੱਚ-ਸੱਚ ਦੱਸਾਂਗੀ, ਤੁਸੀਂ ਆਰਾਮ ਨਾਲ ਬੈਠ ਜਾਓ। ਫਿਰ ਮੈਂ ਬੈਠ ਗਿਆ ਤੇ ਅਮਰ ਦੀਆਂ ਅੱਖਾਂ ਵਿੱਚੋਂ ਪਾਣੀ ਆ ਗਿਆ। ਉਹ ਰੋਣ ਲੱਗ ਪਿਆ ਤੇ ਰੇਸ਼ਮਾ ਨੇ ਮੈਨੂੰ ਜੋ ਕੁਝ ਦੱਸਿਆ ਉਹ ਸੁਣ ਕੇ ਤਾਂ ਮੇਰੇ ਲੂ ਕੰਡੇ ਖੜੇ ਹੋ ਗਏ। ਮੈਨੂੰ ਦੱਸਿਆ ਕਿ ਤੁਸੀਂ ਇੱਕ ਦਿਨ ਦਫ਼ਤਰ ਵਿੱਚ ਸੀ। ਅਮਰ ਦੇ ਬਹੁਤ ਤੇਜ਼ ਦਰਦ ਹੋਣ ਲੱਗ ਗਿਆ ਤੇ ਉਸ ਨੂੰ ਖੂਨ ਦੀ ਉਲਟੀ ਆ ਗਈ।
ਫਿਰ ਮੈਂ ਉਸ ਨੂੰ ਡਾਕਟਰ ਕੋਲ ਲੈ ਕੇ ਗਈ। ਡਾਕਟਰ ਨੇ ਜਦੋਂ ਚੈੱਕਅਪ ਕਰਿਆ ਤੇ ਕੁਝ ਟੈਸਟ ਲਏ। ਜਦੋਂ ਰਿਪੋਰਟ ਆਈ, ਸਾਨੂੰ ਡਾਕਟਰ ਨੇ ਦੱਸਿਆ ਕਿ ਇਸ ਦਾ ਇੱਕ ਗੁਰਦਾ ਫੇਲ ਹੋ ਗਿਆ ਹੈ, ਤਾਂ ਇਸ ਨੂੰ ਸਾਹ ਲੈਣ ਵਿੱਚ ਤਕਲੀਫ ਆਉਣ ਲੱਗ ਗਈ। ਇਸ ਦਾ ਸਾਹ ਬਹੁਤ ਔਖਾ ਹੋ ਰਿਹਾ ਸੀ ਤੇ ਡਾਕਟਰ ਨੇ ਕੁਝ ਮੈਡੀਸਨ ਦੇ ਦਿੱਤੀ ਤੇ ਇਸ ਨੂੰ ਕਿਹਾ ਕਿ ਇਸ ਦੇ ਪੇਟ ਦੇ ਉੱਪਰ ਤੇਲ ਦੀ ਮਾਲਿਸ਼ ਕਰਿਆ ਕਰੋ ਤੇ ਇਸ ਦੀ ਸੋਜ ਘਟ ਜਾਵੇਗੀ। ਮੈਂ ਤੁਹਾਨੂੰ ਇਹ ਗੱਲ ਇਸ ਕਰਕੇ ਨਹੀਂ ਸੀ ਦੱਸੀ ਕਿਉਂਕਿ ਤੁਹਾਡੇ ਡਾਕਟਰ ਨੇ ਕਿਹਾ ਸੀ ਕਿ ਤੁਹਾਨੂੰ ਕੋਈ ਵੀ ਦੁੱਖ ਦੀ ਗੱਲ ਨਹੀਂ ਦੱਸਣੀ। ਇਸ ਕਰਕੇ ਮੈਂ ਤੁਹਾਨੂੰ ਇਹ ਗੱਲ ਨਹੀਂ ਸੀ ਦੱਸਦੀ ਕਿਉਂਕਿ ਇਹ ਗੱਲ ਸੁਣ ਤੁਹਾਡੀ ਸਿਹਤ ਖਰਾਬ ਹੋ ਸਕਦੀ ਸੀ ਤੇ ਡਾਕਟਰ ਨੇ ਕੋਈ ਵੀ ਦੁੱਖ ਜਾਂ ਗਮ ਵਾਲੀ ਗੱਲ ਤੁਹਾਨੂੰ ਦੱਸਣ ਨੂੰ ਮਨਾ ਕਰਿਆ ਸੀ। ਅਮਰ ਨੇ ਰੋਂਦੇ ਹੋਏ ਕਿਹਾ ਕਿ ਵੀਰੇ, ਭਾਬੀ ਸਭ ਕੁਝ ਠੀਕ ਕਹਿ ਰਹੇ ਨੇ। ਮੇਰੇ ਨਾਲ ਜੋ ਵੀ ਹੋਇਆ ਅਸੀਂ ਤੁਹਾਨੂੰ ਦੱਸਣਾ ਨਹੀਂ ਸੀ ਚਾਹੁੰਦੇ ਤੇ ਭਾਬੀ ਤੁਹਾਡੇ ਤੋਂ ਚੋਰੀ ਮੇਰੀ ਦੇਖਭਾਲ ਕਰਦੀ ਸੀ ਤੇ ਮੈਨੂੰ ਦਵਾਈ ਵੀ ਇਹੀ ਨਾਲ ਜਾ ਕੇ ਦਵਾਉਂਦੇ ਸੀ। ਹੁਣ ਦੁਬਾਰਾ ਫਿਰ ਟੈਸਟ ਹੋਣਗੇ, ਜੋ ਰਿਪੋਰਟ ਆਵੇਗੀ ਉਸ ਦੇ ਅਨੁਸਾਰ ਹੀ ਫਿਰ ਡਾਕਟਰ ਦਵਾਈ ਦੇਵੇਗਾ। ਜਦੋਂ ਮੈਂ ਅਮਰ ਤੇ ਰੇਸ਼ਮਾ ਦੀਆਂ ਗੱਲਾਂ ਸੁਣੀਆਂ ਤਾਂ ਮੇਰੀਆਂ ਅੱਖਾਂ ਵਿੱਚ ਪਾਣੀ ਆ ਗਿਆ ਕਿਉਂਕਿ ਉਹਨਾਂ ਦੇ ਉੱਪਰ ਮੈਂ ਬਿਨਾਂ ਵਜ੍ਹਾ ਤੋਂ ਸ਼ੱਕ ਕਰਿਆ ਸੀ। ਸਾਡੀ ਉੱਚੀ ਆਵਾਜ਼ ਸੁਣ ਕੇ ਪਾਪਾ ਵੀ ਸਾਡੇ ਕਮਰੇ ਵਿੱਚ ਆ ਗਏ ਤੇ ਉਹ ਕਹਿਣ ਲੱਗੇ ਕਿ ਕੀ ਗੱਲ ਹੈ, ਤੁਸੀਂ ਇੰਨਾ ਰੌਲਾ ਕਿਉਂ ਪਾਇਆ। ਰੇਸ਼ਮਾ ਨੇ ਜਦੋਂ ਪਾਪਾ ਨੂੰ ਮੇਰੀ ਸਾਰੀ ਗੱਲ ਦੱਸੀ ਤਾਂ ਪਾਪਾ ਨੇ ਕਿਹਾ ਕਿ ਦੇਖ ਅਜੀਤ, ਬਿਨਾਂ ਗੱਲ ਸਮਝੇ ਕਿਸੇ ਦੇ ਉੱਪਰ ਸ਼ੱਕ ਨਹੀਂ ਕਰਨਾ ਚਾਹੀਦਾ। ਜਿੰਨਾ ਚਿਰ ਕਿਸੇ ਦੀ ਗੱਲ ਦੀ ਸੱਚਾਈ ਦਾ ਪਤਾ ਨਾ ਲੱਗੇ ਜੇਕਰ ਤੇਰੇ ਦਿਲ ਵਿੱਚ ਕੋਈ ਸ਼ੱਕ ਸੀ ਤਾਂ ਤੂੰ ਰੇਸ਼ਮਾ ਨੂੰ ਪੁੱਛ ਸਕਦਾ ਸੀ। ਤੇ ਫਿਰ ਰੇਸ਼ਮਾ ਨੇ ਕਿਹਾ ਕਿ ਮੈਂ ਤੁਹਾਨੂੰ ਸੱਚ ਨਹੀਂ ਸੀ ਦੱਸਣਾ ਚਾਹੁੰਦੀ ਕਿਉਂਕਿ ਜੋ ਅਮਰ ਦੀ ਬਿਮਾਰੀ ਸੀ ਉਹ ਤੁਹਾਡੇ ਤੋਂ ਝੱਲੀ ਨਹੀਂ ਸੀ ਜਾਣੀ। ਮੈਂ ਨਹੀਂ ਸੀ ਚਾਹੁੰਦੀ ਕਿ ਤੁਹਾਡਾ ਕੋਈ ਨੁਕਸਾਨ ਹੋਵੇ ਤੇ ਮੈਂ ਤੁਹਾਡੇ ਤੋਂ ਬਿਨਾਂ ਨਹੀਂ ਰਹਿ ਸਕਦੀ। ਇਸ ਕਰਕੇ ਪਾਪਾ ਨੇ ਮੈਨੂੰ ਇਹ ਗੱਲ ਤੁਹਾਨੂੰ ਦੱਸਣ ਤੋਂ ਮਨਾ ਕਰਿਆ ਸੀ ਕਿ ਤੁਸੀਂ ਅਜੀਤ ਨੂੰ ਕੋਈ ਵੀ ਗੱਲ ਨਾ ਦੱਸਿਓ। ਫਿਰ ਪਾਪਾ ਨੇ ਕਿਹਾ ਕਿ ਬੇਟੇ, ਬਿਨਾਂ ਗੱਲ ਦੀ ਸੱਚਾਈ ਜਾਣੇ ਐਵੇਂ ਸ਼ੱਕ ਕਰਨਾ ਰਿਸ਼ਤਿਆਂ ਨੂੰ ਤੋੜਦਾ ਹੈ। ਗੱਲ ਨੂੰ ਪੂਰੀ ਜਾਣਨ ਤੋਂ ਬਿਨਾਂ ਕਿਸੇ ਵੀ ਗੱਲ ਦਾ ਫੈਸਲਾ ਨਹੀਂ ਲੈਣਾ ਚਾਹੀਦਾ। ਮੇਰੀਆਂ ਵੀ ਅੱਖਾਂ ਵਿੱਚੋਂ ਪਾਣੀ ਆ ਗਿਆ। ਮੇਰਾ ਇੱਕ ਭਰਾ ਹੀ ਸੀ ਜੋ ਮੇਰਾ ਸਹਾਰਾ ਸੀ ਤੇ ਉਹ ਵੀ ਰੋਗੀ ਹੋ ਗਿਆ ਸੀ। ਮੈਂ ਹੁਣ ਸੋਚ ਲਿਆ ਸੀ ਕਿ ਮੈਂ ਅਮਰ ਦਾ ਵੱਡੇ ਹਸਪਤਾਲ ਵਿੱਚ ਇਲਾਜ ਕਰਾਵਾਂਗਾ। ਮੈਂ ਰੇਸ਼ਮਾ ਤੋਂ ਮਾफ़ੀ ਮੰਗੀ ਤੇ ਕਿਹਾ ਮੈਨੂੰ ਮਾफ़ ਕਰ ਦੇ, ਮੈਂ ਬਿਨਾਂ ਵਜ੍ਹਾ ਤੇਰੇ ਤੇ ਸ਼ੱਕ ਕਰਦਾ ਰਿਹਾ। ਰੇਸ਼ਮਾ ਨੇ ਕਿਹਾ ਕਿ ਤੁਸੀਂ ਮੈਨੂੰ ਪੁੱਛਣ ਦੀ ਵਾਰ-ਵਾਰ ਕੋਸ਼ਿਸ਼ ਕਰਦੇ ਸੀ। ਇਸ ਗੱਲ ਦਾ ਮੈਨੂੰ ਵੀ ਪਤਾ ਸੀ ਤਾਂ ਮੈਂ ਤੁਹਾਡੀ ਸਿਹਤ ਵੇਖ ਕੇ ਚੁੱਪ ਕਰ ਜਾਂਦੀ ਸੀ। ਇਸ ਕਰਕੇ ਮੈਂ ਆਪਣਾ ਸੁਭਾਅ ਬਦਲਿਆ ਸੀ। ਮੈਂ ਵੀ ਨਹੀਂ ਸੀ ਚਾਹੁੰਦੀ ਕਿ ਤੁਹਾਨੂੰ ਝੂਠ ਬੋਲਾਂ, ਪਰ ਝੂਠ ਬੋਲਣ ਵਿੱਚ ਹੀ ਤੁਹਾਡੀ ਜ਼ਿੰਦਗੀ ਬਚ ਸਕਦੀ ਸੀ। ਅੱਜ ਜਦੋਂ ਤੁਸੀਂ ਸਾਨੂੰ ਅੱਖੀਂ ਵੇਖ ਲਿਆ ਤਾਂ ਤੁਹਾਨੂੰ ਸੱਚਾਈ ਦੱਸਣਾ ਸਾਡਾ ਫਰਜ਼ ਸੀ। ਤਾਂ ਦੋਸਤੋ, ਇਹ ਸੀ ਆਪਣੀ ਅੱਜ ਦੀ ਕਹਾਣੀ। ਇਹ ਕਹਾਣੀ ਤੁਹਾਨੂੰ ਕਿੱਦਾਂ ਦੀ ਲੱਗੀ ਕਮੈਂਟ ਰਾਹੀਂ ਜ਼ਰੂਰ ਦੱਸਣਾ ਤੇ ਕਹਾਣੀ ਨੂੰ ਲਾਈਕ ਸ਼ੇਅਰ ਜ਼ਰੂਰ ਕਰਨਾ ਤੇ ਜਾਂਦੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਕਦੇ ਨਾ ਭੁੱਲਣਾ ਤਾਂ ਕਿ ਸਾਡੀਆਂ ਆਉਣ ਵਾਲੀਆਂ ਸਾਰੀਆਂ ਕਹਾਣੀਆਂ ਤੁਹਾਡੇ ਤੱਕ ਪਹੁੰਚ ਸਕਣ। ਕਹਾਣੀ ਸੁਣਨ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ।